सतनाम श्री वाहिगुरु साहिब जीओ। ऊच अपार बेअंत स्वामी, कौन जाने गुण तेरे। गावते उधरे सुनते उधरे, बिन से पाप कनेरे। पशु प्रेत मुगत को तारे, पाहन पार उतारे। नानक दास तेरी सरनाई, सदा सदा बलिहार है। सुनी अरदास स्वामी मेरा, सर्ब कला बन आई। प्रगट पई सगले जुग अंतर, गुरु नानक की वडियाई। कहाँ बुद्ध प्रभ तुच्छ हमारी, वर्ण सकै महिमा जे तिहारी। हम ना कर सकत कर सिफत तुम्हारी। आप लिहो तुम कथा सुधारी। बहुत सत्कारयोग सन्मानयोग गुरु प्यारी गुरु सवारी साध संगत जी, सतगुरु जी ने महान किरपा की है। बाणी ਦੀ ਵਿਚਾਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਸਭ ਤੋਂ ਪਹਿਲਾਂ ਦਾਸਰੇ ਦੀ ਗੁਰਫਤਿਹ ਪ੍ਰਵਾਨ ਕਰਨੀ ਸਾਰੀ ਸੰਗਤ ਨੇ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਲੜੀਵਾਰ ਸੰਗਤਾਂ ਸਰਵਣ ਕਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਕੱਲ ਦੇ ਦਿਨ ਆਪ ਜੀ ਨੇ ਸ੍ਰੀ ਜਾਪ ਸਾਹਿਬ ਜੀ ਦੀ 141 ਨੰਬਰ ਪੌੜੀ ਤੱਕ ਵਿਚਾਰ ਸਰਵਣ ਕੀਤੀ ਸੀ। ਅੱਗੇ ਹੋਰ ਮਹਾਰਾਜ ਆਪਣੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ, ਕਲਗੀਧਰ ਪਾਤਸ਼ਾਹ ਰਹਿਮਤਾਂ ਕਰਨ, ਬਾਣੀ ਦੀ ਵਿਚਾਰ ਕਰਨ ਦੀ ਦਾਤ ਬਖਸ਼ਣ। ਮਹਾਰਾਜ ਅੱਗੇ ਛੰਦ, ਨਵਾਂ ਛੰਦ ਆਰੰਭ ਕਰਦੇ ਹਨ। ਆਓ ਵਿਚਾਰੀਏ। ਚਰਪਟ ਛੰਦ ਤਵੈ ਪ੍ਰਸਾਦ। ਚਰਪਟ ਛੰਦ ਨਾਮ ਕਰਕੇ ਜੋ ਛੰਦ ਹੈ, ਚਰਪਟ ਨਾਮ ਕਰਕੇ ਉਹ ਮਹਾਰਾਜ ਉਚਾਰਦੇ ਨੇ ਤਵੈ ਪ੍ਰਸਾਦ। ਸਤਿਗੁਰੂ ਕਹਿੰਦੇ ਵਾਹਿਗੁਰੂ ਜੀ ਪਰਮੇਸ਼ਰ ਜੀ ਤੁਹਾਡੀ ਕਿਰਪਾ ਨਾਲ ਅਸੀਂ ਇਹ ਛੰਦ ਹੈ ਜਿਹੜਾ ਉਚਾਰਦੇ ਹਾਂ। ਸਰਬੰ ਹੰਤਾ, ਉਹ ਜੋ ਵਾਹਿਗੁਰੂ ਪਰਮੇਸ਼ਰ ਹੈ, ਹੰਤਾ ਹੁੰਦਾ ਨਾਸ਼ ਕਰਨ ਵਾਲਾ। ਸਰਬੰ ਹੰਤਾ, ਉਹ ਸਾਰਿਆਂ ਨੂੰ ਮਾਰਨ ਵਾਲਾ ਹੈ, ਸਭ ਨੂੰ ਨਾਸ਼ ਕਰਨ ਵਾਲਾ, ਇਹਦੀ ਸਮਰੱਥਾ ਦਾ ਉਹ ਮਾਲਕ ਹੈ। ਸਰਬੰ ਗੰਤਾ, ਗੰਤਾ ਹੁੰਦੀ ਆ ਗਮਤਾ, ਗਮਤਾ ਹੁੰਦੀ ਪਹੁੰਚ ਵਾਲਾ। ਕਈ ਵਾਰ ਸ਼ਬਦ ਆਇਆ, ਫਿਰ ਉਹਦੇ ਤੇ ਸਮਾਂ ਲਾਉਣ ਦੀ ਲੋੜ ਨਹੀਂ ਹੁੰਦੀ। ਗੰਤਾ ਗਮਤਾ ਇਹ ਪਹੁੰਚ। ਵਾਹਿਗੁਰੂ ਜੀ ਤੁਹਾਡੀ ਸਭ ਤੱਕ ਪਹੁੰਚ ਆ, ਸਭ ਥਾਂ ਪਹੁੰਚਣ ਵਾਲੇ ਹੋ ਤੁਸੀਂ। ਜਿੱਥੇ ਵੀ ਕੋਈ ਜੀਵ 84 ਲੱਖ ਜੀਵ ਜੂਨ 'ਚ ਜੀਵ ਬੈਠਾ ਹੈ, ਧਰਤੀ ਤੇ ਹੈ, ਆਕਾਸ਼ ਤੇ ਹੈ, ਪਾਣੀ ਵਿੱਚ ਹੈ, ਪਹਾੜਾਂ ਵਿੱਚ ਹੈ, ਔਰ ਕਿਸੇ ਦਰਖਤਾਂ ਵਿੱਚ, ਬਨਸਪਤੀ ਵਿੱਚ, ਜਿੱਥੇ ਵੀ ਹੈ ਉੱਥੇ ਹੀ ਤੁਹਾਡੀ ਪਹੁੰਚ ਹੈ। ਉੱਥੇ ਤੁਸੀਂ ਉਹਦੀ ਜਾ ਕੇ ਰੱਖਿਆ ਕਰਦੇ ਹੋ। ਜੇ ਗਜਿੰਦਰ ਹਾਥੀ ਨੂੰ ਤੰਦੂਏ ਨੇ ਆਪਣੀਆਂ ਤਾਰਾਂ ਦੁਆਰਾ ਫੜ ਲਿਆ ਸੀ, ਪਾਣੀ ਵਿੱਚ ਸਮੁੰਦਰ ਵਿੱਚ ਖਿੱਚਣ ਲੱਗਾ ਤੇ ਉਹਨੇ ਪੁਕਾਰ ਕੀਤੀ ਤੇ ਉਹਦੀਆਂ ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਦੁਆਰਾ ਆਪ ਜੀ ਨੇ ਕੱਟਣਾ ਕੀਤੀਆਂ ਹਨ। ਇਸ ਕਰਕੇ ਸਾਰੇ ਹੀ ਆਪ ਜੀ ਦੀ ਪਹੁੰਚ ਹੈ। ਸਰਬੰ ਖਿਆਤਾ, ਖਿਆਤਾ ਹੁੰਦਾ ਪ੍ਰਕਾਸ਼ ਕਰਨ ਵਾਲਾ। ਤੁਸੀਂ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲੇ ਹੋ, ਸਭ ਤੇ ਕਿਰਪਾ ਕਰਦੇ ਹੋ, ਸਭ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲੇ ਹੋ। ਸਰਬੰ ਗਿਆਤਾ, ਤੁਸੀਂ ਸਾਰਿਆਂ ਨੂੰ ਜਾਣਨ ਵਾਲੇ ਹੋ। ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਨੂੰ ਜਾਣਦੇ ਆ, ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਾਰਿਆਂ ਦਾ ਗਿਆਨ ਰੱਖਦੇ ਹੋ। ਸਰਬੰ ਹਰਤਾ, ਹਰਤਾ ਨਾਸ਼ ਕਰਨ ਵਾਲਾ। ਫਿਰ ਹੀ ਉਹੀ ਜਿਹੜਾ ਪਹਿਲਾ ਸਰਬੰ ਹੰਤਾ ਆਇਆ ਸੀ ਸ਼ਬਦ ਹੀ ਹੋਰ ਵਰਤਿਆ ਅਰਥ ਉਹੀ ਹਨ।
ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਸਭ ਨੂੰ ਸਰਬੰ ਹਰਤਾ, ਸਭਨਾਂ ਨੂੰ ਹਰਨ ਵਾਲੇ ਹੋ, ਖਤਮ ਕਰਨ ਵਾਲੇ ਹੋ, ਜਾਂ ਹਰਤਾ ਹੁੰਦਾ ਸਭਨਾਂ ਦੇ ਦੁੱਖ ਹਰਨ ਵਾਲੇ ਹੋ, ਸਭਨਾਂ ਦੇ ਦੁੱਖ ਦੂਰ ਕਰਨ ਵਾਲੇ ਹੋ ਮਹਾਰਾਜ, ਜਾਂ ਹਰਨ ਵਾਲੇ ਹੋ, ਖਤਮ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ, ਸਰਬੰ ਕਰਤਾ। ਵਾਹਿਗੁਰੂ ਜੀ ਤੁਸੀਂ ਸਭ ਨੂੰ ਪੈਦਾ ਕਰਦੇ ਹੋ, ਕਰਤੇ ਹੋ, ਲਿਖਿਆ ਤਾਂ ਹੈ ਮੂਲ ਮੰਤਰ ਵਿੱਚ, ਕਰਨ ਵਾਲੇ ਹੋ ਸਾਰਾ ਕੁਛ, ਤੁਸੀਂ ਸਭ ਨੂੰ ਪੈਦਾ ਕਰਦੇ ਹੋ। ਸਰਬੰ ਪ੍ਰਾਣੰ, ਔਰ ਸਾਰਿਆਂ ਦੀ ਜਿੰਦ ਜਾਨ ਹੋ, ਪ੍ਰਾਣ ਤੁਹਾਡੇ ਆਸਰੇ ਚੱਲ ਰਹੇ ਹੋ, ਜਾਂ ਜਿੱਦਾਂ ਪ੍ਰਾਣ ਦੁਆਰਾ ਸਰੀਰ ਚੱਲਦਾ, ਪ੍ਰਾਣਾਂ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਸਵਾਸਾਂ ਤੋਂ ਬਿਨਾਂ, ਇਸੇ ਤਰ੍ਹਾਂ ਤੁਹਾਡੀ ਜੋਤ ਅੰਦਰ ਹੈ। ਤੁਸੀਂ ਪ੍ਰਭੂ ਜੀ ਮੇਰੇ ਪ੍ਰਾਣ ਆਧਾਰ ਹੈ। ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਂ ਬਾਰ, ਤੁਸੀਂ ਸਾਡੇ ਸਭਨਾਂ ਦੇ ਪ੍ਰਾਣ ਦੇ ਆਧਾਰ ਹੋ, ਜਿੰਦ ਜਾਨ ਹੋ। ਸਰਬੰ ਤ੍ਰਾਣੰ, ਤ੍ਰਾਣੰ ਹੁੰਦਾ ਤਾਣ, ਸਭਨਾਂ ਦਾ ਜੋ ਬਲ ਰੂਪ ਹੋ, ਸਭਨਾਂ ਦੇ ਤਾਣ ਰੂਪ ਹੋ ਮਹਾਰਾਜ, ਤੁਹਾਡੇ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ। ਸਰਬੰ ਕਰਮੰ, ਸਰਬੰ ਕਰਮੰ, ਸਭ ਤੁਸੀਂ ਕਰਮਾਂ ਵਿੱਚ ਹੋ ਮਹਾਰਾਜ, ਜੋ ਵੀ ਜੀਵ ਕਰਮ ਕਰਦਾ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਬੈਠ ਕੇ ਕਰਾ ਰਿਹਾ ਕਿ ਕਰਮ ਵਿੱਚ ਵੀ ਉਹੀ ਹਨ। ਸਰਬੰ ਧਰਮੰ, ਸਾਰੇ ਧਰਮਾਂ ਵਿੱਚ ਆਪ ਪਰਿਪੂਰਨ ਹੋ, ਸਭ ਵਿੱਚ ਹੀ ਕਿਰਪਾ ਕਰਦੇ ਹੋ। ਕੋਈ ਵੀ ਜੀਵ ਮਨੁੱਖ ਹੋਰ ਕਿਸੇ ਵੀ ਧਰਮ ਦੁਆਰਾ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦਾ, ਉਹਦੇ ਵਿੱਚ ਤੁਸੀਂ ਹਾਜ਼ਰ ਹੋ ਬੈਠੇ ਹੋ। ਸਿੱਖ ਵਾਹਿਗੁਰੂ ਕਹਿੰਦਾ ਉਹਦੇ ਵਿੱਚ, ਵਾਹਿਗੁਰੂ ਵਿੱਚ ਤੁਹਾਡੀ ਸ਼ਕਤੀ ਪਰਿਪੂਰਨ ਹੈ। ਹਿੰਦੂ ਰਾਮ ਕਹਿੰਦਾ ਉਹਦੇ ਵਿੱਚ ਤੁਸੀਂ ਪਰਿਪੂਰਨ ਹੋ ਬੈਠੇ ਹੋ। ਖੁਦਾ ਦੀਆਂ ਕੋਈ ਕਲਮਾਂ ਪੜ੍ਹਦਾ ਉਹਦੇ ਵਿੱਚ ਤੁਸੀਂ ਬੈਠੇ ਹੋ। ਕੋਈ ਮਸੂਦਨ ਕਹਿੰਦਾ ਉਹਦੇ ਵਿੱਚ ਤੁਸੀਂ ਹੋ। ਕੋਈ ਖੁਦਾਏ ਕਹਿੰਦਾ, ਅੱਲਾ ਕਹਿੰਦਾ ਉਹਦੇ ਵਿੱਚ ਤੁਸੀਂ ਹੋ। ਧੰਨ ਹੋ ਤੁਸੀਂ ਮਹਾਰਾਜ, ਸਾਰੇ ਧਰਮਾਂ ਵਿੱਚ ਬੈਠੇ ਹੋ। ਸਰਬੰ ਜੁਗਤਾ, ਸਾਰਿਆਂ ਨਾਲ ਤੁਸੀਂ ਜੁੜੇ ਹੋਏ ਹੋ ਮਹਾਰਾਜ, ਜਦ ਉਹਨਾਂ ਦੀ ਅੰਦਰ ਜੋਤ ਹੈ, ਸਭ ਨਾਲ ਜੁੜੇ ਹੋਏ ਹਨ, ਸਭ ਵਿੱਚ ਉਹਨਾਂ ਦੀ ਜੋਤ ਹੈ। ਸਰਬੰ ਮੁਕਤਾ, ਤੇ ਸਾਰਿਆਂ ਤੋਂ ਮੁਕਤਾ ਹੁੰਦਾ ਨਿਰਲੇਪ ਹਨ, ਹੈ ਸਾਰਿਆਂ ਦੇ ਅੰਦਰ, ਪਰ ਅਸੀਂ ਵਾਹਿਗੁਰੂ ਅੰਦਰ ਹੋਣ ਕਰਕੇ ਅਸੀਂ ਵਿਸ਼ੇ ਵਿਕਾਰ ਵੀ ਭੋਗਦੇ ਹਾਂ। ਅਸੀਂ ਉੱਧਰ ਜੁੜੇ ਹੋਏ ਕਰਮਾਂ ਅਨੁਸਾਰ, ਪ੍ਰਾਰਬਧ ਕਰਮਾਂ ਅਨੁਸਾਰ, ਪਰ ਵਾਹਿਗੁਰੂ ਅੰਦਰ ਹੁੰਦਿਆਂ ਹੋਇਆਂ ਵੀ, ਜੋਤ ਅੰਦਰ ਹੁੰਦਿਆਂ ਹੋਇਆਂ ਵੀ ਉਹ ਨਿਰਲੇਪ ਹਨ, ਜਾਂ ਸਰਬੰ ਮੁਕਤਾ, ਸਾਰਿਆਂ ਨੂੰ ਮੁਕਤੀ ਦੇਣ ਵਾਲੇ ਹਨ। ਅੱਗੇ ਹੋਰ ਛੰਦ ਮਹਾਰਾਜ ਆਰੰਭ ਕਰਦੇ ਹਨ। ਰਸਾਵਲ ਛੰਦ ਤਵੈ ਪ੍ਰਸਾਦ, ਰਸਾਵਲ ਛੰਦ ਬਹੁਤ ਰਸ ਦੇਣ ਵਾਲਾ ਛੰਦ ਹੈ, ਰਸ ਦੁਆਰਾ ਪਾਠ ਕਰਨ ਵਾਲਾ ਛੰਦ ਹੈ, ਜਾਂ ਇਸ ਛੰਦ ਦਾ ਜਾਪ ਕਰਨ ਨਾਲ ਬਹੁਤ ਸੁੰਦਰ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ। ਤਵੈ ਪ੍ਰਸਾਦ, ਵਾਹਿਗੁਰੂ ਜੀ ਜੋ ਰਸਾਵਲ ਛੰਦ ਹੈ, ਅਸੀਂ ਤੁਹਾਡੀ ਕਿਰਪਾ ਨਾਲ, ਤੁਹਾਡੀ ਮਿਹਰ ਨਾਲ, ਤੁਹਾਡੀ ਬਖਸ਼ਿਸ਼ ਨਾਲ ਆਰੰਭ ਉਚਾਰਨ ਕਰਦੇ ਹਾਂ। ਨਮੋ ਨਰਕ ਨਾਸੇ, ਨਰਕ ਨਾਸੇ, ਹੇ ਨਰਕਾਂ ਦੇ ਨਾਸ਼ ਕਰਨ ਵਾਲੇ ਵਾਹਿਗੁਰੂ ਜੀ ਤੁਹਾਨੂੰ ਸਾਡੀ ਨਮਸਕਾਰ ਹੈ। ਤੁਸੀਂ ਨਰਕ ਖਤਮ ਕਰ ਦਿੰਦੇ ਹੋ, ਨਾਸ਼ ਕਰ ਦਿੰਦੇ ਹੋ। ਸਾਡੀ ਜ਼ਿੰਦਗੀ 'ਚ ਵੀ ਬੜੇ ਨਰਕ ਬਣੇ ਹੋਏ ਹਨ। ਕੋਈ ਵਿਸ਼ੇ ਵਿਕਾਰਾਂ 'ਚ ਹੈ, ਕੋਈ ਆਸ਼ਾ ਤ੍ਰਿਸ਼ਨਾ 'ਚ ਹੈ, ਕੋਈ ਕ੍ਰੋਧ ਵਿੱਚ ਹੈ, ਕੋਈ ਕਾਮ ਵਿੱਚ ਹੈ, ਕੋਈ ਲੋਭ ਵਿੱਚ ਹੈ, ਕੋਈ ਮੋਹ ਵਿੱਚ ਹੈ, ਕਿਸੇ ਦੇ ਘਰੇ ਕੋਈ ਕਲੇਸ਼ ਹੈ, ਕਿਸੇ ਦੇ ਘਰੇ ਕੋਈ ਲੜਾਈ ਹੈ, ਕਈ ਪ੍ਰੋਬਲਮਾਂ ਹਨ। ਤੁਸੀਂ ਮਹਾਰਾਜ ਸਾਰਿਆਂ ਨੂੰ ਨਾਸ਼ ਕਰਨ ਵਾਲੇ, ਸਾਰੇ ਨਰਕ ਜੀਵਾਂ ਦੇ ਨਾਸ਼ ਕਰ ਦਿੰਦੇ। ਸਦੈਵੰ ਪ੍ਰਕਾਸੇ, ਸਦੈਵੰ ਸਦੀਵੀ ਹੁੰਦਾ ਹਮੇਸ਼ਾ ਹੀ, ਸਦੈਵੰ ਤੁਸੀਂ ਸਦੈਵੰ ਸਦੀਵੀ ਕਾਲ ਪ੍ਰਕਾਸ਼ ਕਰਨ ਵਾਲੇ ਹੋ, ਇਸ ਕਰਕੇ ਉਹ ਨਮੋ ਅੱਖਰ ਸਾਰਿਆਂ ਨਾਲ ਹੀ ਲੱਗ ਜਾਣਾ, ਤਾਂ ਕਰਕੇ ਨਮਸਕਾਰ ਹੈ। ਅਨੰਗੰ ਸਰੂਪੇ, ਤੁਸੀਂ ਅੰਗਾਂ ਤੋਂ ਰਹਿਤ ਸਰੂਪ ਵਾਲੇ ਹੋ। ਅਭੰਗੰ ਵਿਭੂਤੇ, ਤੁਸੀਂ ਨਾਸ਼ ਤੋਂ ਰਹਿਤ ਸੰਪਦਾ ਐਸ਼ਵਰਜ ਵਾਲੇ ਵਾਹਿਗੁਰੂ ਪਰਮੇਸ਼ਰ ਹੋ। ਤੁਸੀਂ, ਤੁਹਾਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਅੱਗੇ ਕਹਿੰਦੇ ਪਰਮਾਰਥੰ ਪਰਮਾਰਥੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪਰਮਾਤਮ ਚੰਗੀ ਤਰ੍ਹਾਂ ਪਰਮਾਥੇ ਮਥਨ ਵਾਲੇ ਹੋ ਮਹਾਰਾਜ। ਤੁਸੀਂ ਨਾਸ਼ ਕਰਨ ਵਾਲਿਆਂ ਨੂੰ ਵੀ ਆਧਾਰਤ ਹੈ, ਨਾਸ਼ ਕਰਨ ਵਾਲੇ ਹੋ। ਪਰਮਾਤਮ ਜਿਹੜੇ ਨਾਸ਼ ਕਰਦੇ, ਕਹਿੰਦੇ ਅਸੀਂ ਖਤਮ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਸਾਡਾ ਬਹੁਤ ਜ਼ੋਰ ਹੈ, ਹੁਣ ਸਾਡੀ ਸਰਕਾਰ ਹੈ, ਸਾਡੀ ਹਕੂਮਤ ਹੈ,
ਤੁਸੀਂ ਉਹਨਾਂ ਨੂੰ ਨਾਸ਼ ਕਰਨ ਵਾਲਿਆਂ ਨੂੰ ਪਰਮਾਤਮ, ਨਾਸ਼ ਕਰਨ ਵਾਲਿਆਂ ਨੂੰ ਪਰਮਾਤੇ, ਤੁਸੀਂ ਨਾਸ਼ ਕਰਨ ਵਾਲਿਆਂ ਨੂੰ ਵੀ ਨਾਸ਼ ਕਰ ਦਿੰਦੇ ਹੋ। ਅੱਗੇ ਕਹਿੰਦੇ ਸਦਾ ਸਰਬ ਸਾਥੇ, ਸਦਾ ਸਰਬ ਸਾਥੇ, ਤੁਸੀਂ ਹਮੇਸ਼ਾ ਸਾਰਿਆਂ ਦੇ ਨਾਲ ਰਹਿੰਦੇ ਹੋ, ਸਾਰਿਆਂ ਦਾ ਸਾਥ ਦਿੰਦੇ ਮਹਾਰਾਜ। ਸਭ ਦੇ ਪ੍ਰਭ ਜੀ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਹਨ ਉਹ ਸਾਰਿਆਂ ਦਾ ਸਾਥ ਦਿੰਦੇ ਨੇ, ਸਭ ਦੇ ਸਾਥੀ ਹਨ। ਪਾਰ ਬ੍ਰਹਮ ਭਇਓ ਸਾਥੀ ਬਚਨ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਅਗਾਧ ਸਰੂਪੇ, ਤੁਹਾਡਾ ਜਿਹੜਾ ਸਰੂਪ ਹੈ ਪਰਮੇਸ਼ਰ ਜੀ ਵਾਹਿਗੁਰੂ ਜੀ, ਤੁਸੀਂ ਅਥਾਹ ਸਰੂਪ ਵਾਲੇ ਹੋ, ਬੇਅੰਤਤਾ ਹੈ ਤੁਹਾਡੇ ਵਿੱਚ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਨਿਰਬਾਧ ਵਿਭੂਤੇ, ਸਤਿਗੁਰੂ ਪਾਤਸ਼ਾਹ ਜੀਓ ਤੁਸੀਂ ਨਿਰਬਾਧ, ਰੁਕਾਵਟਾਂ ਤੋਂ ਰਹਿਤ ਹੋ ਅਤੇ ਵਿਘਨ ਤੋਂ ਰਹਿਤ ਸੰਪਦਾ ਵਾਲੇ ਹੋ ਤੁਸੀਂ ਮਹਾਰਾਜ। ਬਹੁਤ ਕਿਰਪਾ ਕੀਤੀ ਹੈ ਸ਼ਬਦ ਵਿੱਚ, ਨਿਰਬਾਧ ਵਿਭੂਤੇ, ਤੁਹਾਨੂੰ ਕੋਈ ਬੰਨ ਨਹੀਂ ਸਕਦਾ, ਤੁਸੀਂ ਬੰਧਨਾਂ ਤੋਂ ਮੁਕਤ ਹੋ ਮਹਾਰਾਜ। ਤੁਸੀਂ ਨਾਮ ਜਪਣ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ ਵੀ ਬੰਧਨਾਂ ਤੋਂ ਮੁਕਤ ਕਰਦੇ। ਅਸੀਂ ਵੀ ਬੰਨੇ ਹੋਏ, ਕੋਈ ਹਉਮੈ 'ਚ ਬੱਧਿਆ ਹੋਇਆ, ਕੋਈ ਹੰਕਾਰ ਵਿੱਚ ਬੱਧਿਆ ਹੋਇਆ, ਕੋਈ ਈਰਖਾ ਦਵੈਸ਼ ਹੈ ਮਨ ਵਿੱਚ, ਉਹ ਤੋਂ ਛੁੱਟ ਹੀ ਨਹੀਂ ਸਕਦਾ। ਬੰਨੇ ਪਏ ਅਸੀਂ ਤਾਂ ਸਾਰੇ ਹੀ। ਪਰ ਵਾਹਿਗੁਰੂ ਜੀ ਤੁਸੀਂ ਆਪਣੇ ਪਿਆਰਿਆਂ ਨੂੰ ਰੁਕਾਵਟਾਂ ਤੋਂ ਖਤਮ ਕਰ ਦਿੰਦੇ, ਸਾਰੀਆਂ ਉਹਨਾਂ ਦੀਆਂ ਚੱਕ ਦਿੰਦੇ ਰੁਕਾਵਟਾਂ, ਉਹਨਾਂ ਨੂੰ ਨਿਰਮਲ ਕਰ ਦਿੰਦੇ ਹੋ। ਅਨੰਗੀ ਅਨਾਮੇ, ਤੁਸੀਂ ਅਨੰਗੀ ਅਨਾਮੇ, ਤੁਸੀਂ ਅੰਗਾਂ ਤੋਂ ਬਿਨਾਂ। ਵੇਖੋ ਮਹਾਰਾਜ ਬਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਪ ਸਾਹਿਬ ਵਿੱਚ ਸੁਣਾਉਂਦੇ ਵੀ ਸਮਝੋ ਭਾਈ ਉਹ ਜੋ ਸਰੂਪ ਹੈ ਉਹ ਕੋਈ ਪੰਜਾਂ ਤੱਤਾਂ ਵਾਲਾ ਸਰੀਰ ਰੂਪ ਵਾਹਿਗੁਰੂ ਪਰਮੇਸ਼ਰ ਨਹੀਂ। ਕਿੰਨੇ ਵਾਰੀ ਅਨੰਗੀ ਸ਼ਬਦ ਆਇਆ, ਅਨਾਮੇ ਕਿੰਨੀ ਵਾਰੀ ਸ਼ਬਦ ਆਇਆ। ਉਹ ਵਾਹਿਗੁਰੂ ਜੀ ਅੰਗਾਂ ਤੋਂ ਰਹਿਤ ਹਨ ਤੇ ਨਾਮ ਤੋਂ ਵੀ ਰਹਿਤ ਹਨ। ਝਗੜੇ ਖਤਮ ਕਰੋ ਕਹਿੰਦੇ ਤੁਸੀਂ, ਉਹਨਾਂ ਦਾ ਕੋਈ ਵਿਸ਼ੇਸ਼ ਆਪਣਾ ਨਾਮ ਨਹੀਂ। ਤਿਰਭੰਗੀ ਤਿਰਕਾਮੇ, ਤਿਰਭੰਗੀ ਤਿੰਨ ਲੋਕ ਦਾ, ਤਿਰਕਾਮੇ ਨਾਸ਼ ਕਰਨ ਵਾਲੇ, ਤਿੰਨਾਂ ਲੋਕਾਂ ਦੀ ਕਾਮਨਾ ਫਿਰ ਪੂਰੀ ਕਰਨ ਵਾਲੇ, ਤਿੰਨਾਂ ਲੋਕਾਂ ਨੂੰ ਖਤਮ ਕਰਨ ਵਾਲੇ ਹੋ, ਨਾਸ਼ ਵੀ ਕਰ ਦਿੰਦੇ ਹੋ ਔਰ ਤਿੰਨਾਂ ਲੋਕਾਂ ਦੀ ਕਾਮਨਾ ਪੂਰੀ ਕਰਨ ਵਾਲੇ ਹੋ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਇੱਕ ਸਾਖੀ ਯਾਦ ਆ ਗਈ ਦਾਸ ਨੂੰ, ਵੈਦ ਸੁਜਾਨ ਕਰਕੇ ਜੋ ਲਾਹੌਰ ਵਿੱਚ ਰਹਿੰਦਾ, ਉਹ ਲੋਕਾਂ ਨੂੰ ਦੇਸੀ ਦਵਾਈਆਂ ਬੂਟੀਆਂ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਦਾ, ਸਭ ਨੂੰ ਅਰੋਗਤਾ ਬਖਸ਼ ਦਿੰਦਾ। ਪਰ ਉਹਦੇ ਅੰਦਰ ਦੱਸਿਆ ਕਿ ਆਪਦੇ ਅੰਦਰ ਪਰੇਸ਼ਾਨੀ ਜਿਹੀ ਰਹਿੰਦੀ ਸੀ, ਅਸ਼ਾਂਤ ਰਹਿੰਦਾ ਸੀ। ਕੋਈ ਸਤਿਗੁਰੂ ਦਾ ਪਿਆਰਾ ਉਹਨੂੰ ਮਿਲਿਆ, ਉਹਨੂੰ ਬੈਠ ਕੇ ਵਿਚਾਰ ਕਰਨ ਲੱਗ ਗਿਆ ਉਹ ਦਵਾਖਾਨੇ ਵਿੱਚ। ਇਹ ਦੱਸਿਆ ਕਿ ਮੈਨੂੰ ਕੋਈ ਅਸ਼ਾਂਤੀ ਜਿਹੀ ਬਹੁਤ ਰਹਿੰਦੀ। ਕਹਿੰਦੇ ਤੁਸੀਂ ਫਿਰ ਜੇ ਅਸ਼ਾਂਤ ਤੋਂ ਸ਼ਾਂਤੀ ਵੱਲ ਜਾਣਾ ਹੈ, ਤੁਸੀਂ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ, ਤੁਸੀਂ ਉੱਥੇ ਚਲੇ ਜਾਓ। ਸਾਰੀ ਕਿਰਿਆ ਦੱਸੀ ਕਿਵੇਂ ਜਾਣਾ ਹੈ, ਕਿਹੜੀ ਭਾਵਨਾ ਨਾਲ ਜਾਣਾ ਹੈ, ਮਹਾਰਾਜ ਨੂੰ ਬੇਨਤੀ ਕਰੋ ਜਾ ਕੇ। ਉਹ ਆਪਣਾ ਦਵਾਖਾਨਾ ਬੰਦ ਕਰਕੇ ਪਰਿਵਾਰ ਵਿੱਚ ਆ ਕੇ ਉਹਨੇ ਵਿਚਾਰ ਕੀਤੀ ਆਪਣੇ ਘਰ ਵਾਲੀ ਨਾਲ ਕਿ ਮੈਂ ਤੁਹਾਨੂੰ ਪਤਾ ਹੀ ਸ਼ਾਂਤ ਹੀ ਰਹਿੰਦਾ, ਮੈਨੂੰ ਫਲਾਨਾ ਸਿੰਘ ਮਿਲਿਆ, ਉਹ ਗੁਰੂ ਦਾ ਪ੍ਰੇਮੀ ਹੈ, ਉਹਨੇ ਮੈਨੂੰ ਇਹ ਬਚਨ ਕੀਤਾ ਕਿ ਇੱਦਾਂ ਸ਼ਰਧਾ ਨਾਲ ਜਾਣਾ, ਭਾਵਨਾ ਜਾਣਾ। ਅਤੇ ਉਹ ਕਹਿਣ ਲੱਗੀ ਵਾਪਸ ਕਦੋਂ ਆਉਣਾ? ਉਹ ਕਹਿੰਦਾ ਵਾਪਸ ਤਾਂ ਨਹੀਂ ਕੋਈ ਪਤਾ, ਜਦੋਂ ਮਹਾਰਾਜ ਕਹਿਣਗੇ ਹੁਣ ਉਦੋਂ ਹੀ ਆਊਂਗਾ। ਅਤੇ ਬੇਨਤੀ ਕੀਤੀ, ਬੇਨਤੀ ਰੂਪ ਵਿੱਚ ਹੀ ਬੜੇ ਨਿਮਰਤਾ ਨਾਲ ਆਪਣੇ ਘਰ ਵਾਲੀ ਨੂੰ, ਬੀਬੀ ਨੂੰ, ਕਿ ਤੁਸੀਂ ਮੇਰਾ ਸਾਥ ਦਿਓਗੇ, ਕਿਤੇ ਤੁਸੀਂ ਮੁੜੇ ਔਖੇ ਨਾ ਹੋਵੋ, ਆਪਾਂ ਉਦੋਂ ਵੀ ਸ਼ਾਂਤ ਨਾ ਹੋ ਜਾਈਏ, ਮੈਨੂੰ ਜ਼ਿਆਦਾ ਸਮਾਂ ਮਹਾਰਾਜ ਰੱਖ ਲੈਣ ਅਤੇ ਫਿਰ ਆਪਣੇ ਘਰੇ ਕਲੇਸ਼ ਪੈ ਜੇ। ਉਹ ਬੀਬੀ ਨੇ ਹੱਥ ਜੋੜ ਕੇ ਕਿਹਾ ਨਹੀਂ ਪਤੀ ਗੁਰਦੇਵ ਜੀ, ਮੇਰੇ ਮਾਪੀ ਇੱਕ ਪੇਕੇ ਪਿੰਡ ਇੱਕ ਸੰਤ ਸਨ, ਹੁਣ ਤਾਂ ਅਸੀਂ ਸੰਤਾਂ ਦੀ ਨਿੰਦਿਆ ਕਰਦੇ ਹਾਂ। ਆਹ ਵੇਖੋ ਵਾਹਿਗੁਰੂ ਦੇ ਪਿਆਰੇ ਕਿੰਨੀ ਕਿਰਪਾ ਕਰਦੇ ਨੇ ਕਿ ਸਾਡੇ ਮਹਾਤਮਾ ਸਨ,
महात्मा का कई बारी एक वारी बचन किया सारी जिंदगी काम आउंदा, सारी जिंदगी उस बचन द्वारा सकून मिलता। वो कहन लगी कि साडे मेरे पेके पिंड असीं छोटे हुंदे जांदे सी माता पिता नाल महात्मा पास, उन्होंने कहना भाई नाम जपिया करो, सारे भगती करिया करो। ते उन्होंने कहना जे एक परिवार विचों एक मैंबर भी बंदगी करता है तो दूसरे ਉਹਦੇ ਵਿੱਚ ਰੁਕਾਵਟ नहीं आउंदे, ਉਹਦਾ साथ ਦਿੰਦੇ। ਸਮਾਂ एक भगती करन वाला बंदगी करन वाला, ਉਹਦੇ काम भी दूसरे कर लेंदे। चलो ये आह काम आपां कर लईए, ये पाठ करते हैं आपां काम कर ले। जे बंदा पाठ करदा भैन ते ਉਹਦੇ घरों बच्चे लो आपां करके लईए सारे, ਉਹਦਾ काम ਜਿਹੜਾ तेरे डैडी ने करना सी ਉਹਨੂੰ बाणी पढ़ लैण दे। और जे कई बारी घर वाली बीबी बंदगी करन वाली ਉਹਦੀ चौंकड़े वाली हुंदी है, वो पिता भी कहते सारे वो तुहाडी मां मम्मी पाठ करती है माता, आओ आप काम ਉਹਦੇ ਵਾਲਾ ਆਪਾਂ कर लो, सफाई कर लो सारी करो। ਤੇ ਵਿਗਨ नहीं ਬਣਦੇ, ਉਹਨੂੰ ਕਹਿੰਦੇ ਅੱਧਾ ਫਲ ਉਹਨੂੰ ਮਿਲ ਜਾਂਦਾ। ਜਿਵੇਂ ਕਿ 50% ਬੰਦਗੀ ਕਰਨ ਵਾਲੇ ਦੀ ਰੁਕਾਵਟ ਨਾ ਬਣਨ ਵਾਲੇ ਨੂੰ, ਸਾਥ ਦੇਣ ਵਾਲੇ ਨੂੰ ਮਹਾਰਾਜ ਦੇ ਦਿੰਦੇ। ਜੇ ਇੱਕ ਰੌਲਾ ਪਾਵੇ, ਗੁਟਕਾ ਲੈ ਕੇ ਬਹਿ ਗਿਆ, ਮਾਲਾ ਲੈ ਕੇ ਬਹਿ ਗਿਆ, ਆਹ ਕੰਮ ਕਿਹਨੇ ਕਰਨਾ? ਬੰਦੇ ਨੂੰ ਬੀਬੀ ਕਹੀ ਜਾਏ, ਬੰਦਾ ਬੀਬੀ ਨੂੰ ਕਹੀ ਜਾਵੇ, ਰੋਟੀ ਨਹੀਂ ਪਕਾਉਣੀ, ਕਿਚਨ ਦਾ ਕੰਮ ਕਿਹਨੇ ਕਰਨਾ? ਸਾਰਾ ਦਿਨ ਤੂੰ ਹੁਣ ਪਾਠ ਹੀ ਕਰੀ ਜਾਣਾ, ਉਹ ਨਹੀਂ ਚੰਗਾ ਹੁੰਦਾ। ਫਿਰ ਜਿਹੜੇ ਸਾਥ ਦਿੰਦੇ ਨੇ ਅਗਲੇ ਦੇ ਪਰਿਵਾਰਾਂ ਵਿੱਚ, ਮਹਾਂਪੁਰਖਾਂ ਨੇ ਬਚਨ ਸੁਣਾਏ, ਚਾਹੇ ਉਹ ਬੀਬੀ ਦੱਸੇ ਵੈਦ ਸਜਾਨ ਨੂੰ ਕਿ ਕਹਿੰਦੇ ਸੀ ਸਾਥ ਦੇਣ ਵਾਲੇ ਨੂੰ ਅੱਧਾ ਮਿਲ ਜਾਂਦਾ ਫਲ ਬੰਦਗੀ ਵਾਲੇ ਵਿੱਚੋਂ, ਕਰਨ ਵਾਲੇ ਵਿੱਚੋਂ। ਤੇ ਉਹ ਮੈਨੂੰ ਗੱਲ ਯਾਦ ਹੈ, ਤੁਸੀਂ ਇੱਦਾਂ ਕਰੋ, ਤੁਸੀਂ ਜਾਓ, ਤੁਸੀਂ ਆਰਾਮ ਨਾਲ ਜਾਓ, ਪਾਤਸ਼ਾਹ ਦੇ ਦਰਸ਼ਨ ਕਰੋ, ਹੁਕਮ ਬਚਨ ਲਓ ਮਹਾਰਾਜ ਤੇ ਬਚਨ ਮੰਨੋ। ਬਹੁਤ ਖੁਸ਼ੀ ਖੁਸ਼ੀ ਉਹ ਵੈਦ ਸਜਾਨ ਜੀ ਸਤਿਗੁਰੂ ਦੇ ਦਰਬਾਰ ਵਿੱਚ ਆਏ। ਕਈ ਦਿਨ ਇੱਧਰ ਉੱਧਰ ਹੀ ਫਿਰਦੇ ਰਹੇ। ਇੱਕ ਸਿੱਖ ਦੁਆਰਾ ਬੇਨਤੀ ਮਹਾਰਾਜ ਕੋਲੇ ਕੀਤੀ, ਸਤਿਗੁਰੂ ਨੇ ਬੁਲਾ ਲਿਆ। ਵੈਦ ਸਜਾਨ ਨੇ ਜਾ ਕੇ ਮੱਥਾ ਟੇਕਿਆ ਸਤਿਗੁਰੂ ਜੀ ਨੂੰ। ਮਹਾਰਾਜ ਨੇ ਆਉਣ ਦਾ ਕਾਰਨ ਪੁੱਛਿਆ ਤੇ ਆਪਣੀ ਸਾਰੀ ਬਿਰਥਾ ਖੋਲ ਕੇ ਸੁਣਾਈ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮਨ ਨੂੰ ਸ਼ਾਂਤੀ ਬਖਸ਼ੋ। ਸਤਿਗੁਰੂ ਕਹਿਣ ਲੱਗੇ ਕੁਝ ਦਿਨ ਇੱਥੇ ਰਹੋ, ਸੇਵਾ ਕਰੋ, ਫਿਰ ਗੱਲ ਕਰਦੇ ਹਾਂ, ਬਚਨ ਕਰਦੇ ਹਾਂ। ਇਹਨਾਂ ਨੂੰ ਇੱਕ ਕੀਰਤਪੁਰ ਸਾਹਿਬ ਤੋਂ ਅੱਗੇ ਤੋਂ ਇੱਧਰੋਂ ਕਿਸੇ ਨਗਰ ਵਿੱਚੋਂ ਸੰਗਤ ਆਈ ਕਿ ਮਹਾਰਾਜ ਸਾਡਾ ਪਿੰਡ ਹੈ ਛੋਟਾ ਜਿਹਾ, ਸਾਡੇ ਪਿੰਡ ਵੈਦ ਨਹੀਂ ਹੈ ਕੋਈ। ਅੱਗੇ ਜਿੱਦਾਂ ਵੈਦ ਇੱਕ ਪਿੰਡ ਇੱਕ ਅੱਧਾ ਵੈਦ ਹੁੰਦਾ ਸੀ, ਤੇ ਉਹ ਲੋਕ ਉਹਨੂੰ ਦਾਣੇ ਦੇ ਦੇਣੇ, ਕੋਈ ਹੋਰ ਚੀਜ਼ਾਂ ਦੇ ਦੇਣੀਆਂ, ਖੇਤੀਬਾੜੀ ਫਸਲਬਾੜੀ ਵਾਹਲੀ ਹੁੰਦੀ ਸੀ, ਤੇ 6 ਮਹੀਨੇ ਉਹਨੂੰ ਥੋੜ੍ਹੀ ਥੋੜ੍ਹੀ ਗਰਾਹੀ ਦੇ ਦੇਣੀ, ਉਹਦੇ ਨਾਲ ਉਹਦਾ ਗੁਜ਼ਾਰਾ ਹੋ ਜਾਂਦਾ ਸੀ। ਇੱਦਾਂ ਵੈਦ ਪਿੰਡਾਂ ਵਿੱਚ ਹੁੰਦੇ ਸਨ, ਜਾਂ ਥੋੜ੍ਹੀ ਮਾਇਆ ਲੈ ਕੇ ਇਲਾਜ ਕਰ ਦੇਣਾ। ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਨੇ ਵੈਦ ਸਜਾਨ ਨੂੰ ਬੁਲਾਇਆ, ਕਹਿੰਦੇ ਤੁਸੀਂ ਇੱਦਾਂ ਕਰੋ, ਇਹਨਾਂ ਦੇ ਨਾਲ ਪ੍ਰੇਮੀਆਂ ਨਾਲ ਚਲੇ ਜਾਓ, ਉੱਥੇ ਜਾ ਕੇ ਦਵਾਈ ਬੂਟੀ ਦਾ ਕੰਮ ਕਰੋ। ਕੀਰਤਪੁਰ ਸਾਹਿਬ ਪਹਾੜੀਆਂ ਉੱਥੋਂ ਲੈ ਲਿਆ ਕਰਨੀ, ਨਾਲ ਜੜੀਆਂ ਬੂਟੀਆਂ ਲੈ ਕੇ ਤੁਸੀਂ ਕੰਮ ਕਰਨਾ। ਕਹਿੰਦੇ ਬੇਨਤੀ ਕੀਤੀ, ਮਹਾਰਾਜ ਵਾਪਸ ਕਦੋਂ ਆਉਣਾ? ਮੈਂ ਫਿਰ ਪਿੰਡ ਵਾਲਾ ਤਾਂ ਖਿਆਲ ਹੀ ਭੁੱਲ ਗਿਆ, ਕਿਉਂਕਿ ਬਖਸ਼ਿਸ਼ ਲੈਣ ਵਾਸਤੇ ਆਇਆ। ਅਸੀਂ ਤਾਂ ਗੁਰੂ ਘਰ ਜਾਂਦੇ ਹਾਂ, ਜੇ 5 ਮਿੰਟ ਭਾਈ ਵੱਧ ਲਾ ਦੇਵੇ ਕਥਾ ਕਰਦਾ, ਸਾਨੂੰ ਬਹੁਤ ਔਖਾ ਹੋ ਜਾਂਦਾ ਕਿ ਅੱਜ ਜ਼ਿਆਦਾ ਹੀ ਟਾਈਮ ਲਾ ਦਿੱਤਾ, 2 ਮਿੰਟ ਨਹੀਂ ਉੱਤੇ ਅਸੀਂ ਕੱਟ ਸਕਦੇ। ਉਹਨੂੰ ਘਰ ਦੇ ਤਾਂ ਖਿਆਲ ਹੀ ਭੁੱਲ ਗਿਆ, ਗੁਰੂ ਨਾਲ ਪ੍ਰੇਮ ਹੋ ਗਿਆ। ਮਹਾਰਾਜ ਕਹਿੰਦੇ ਤੈਨੂੰ ਬੁਲਾਵਾਂਗੇ, ਆਪੇ ਬੁਲਾ ਲਵਾਂਗੇ, ਫਿਰ ਆਉਣਾ ਹੈ, ਨਹੀਂ ਤੁਸੀਂ ਉੱਥੇ ਹੀ ਰੁਕਣਾ ਹੈ, ਸੇਵਾ ਕਰਨੀ। ਚਲੇ ਗਏ, ਜਾ ਕੇ ਉੱਥੇ ਸ਼ੁਰੂ ਕਰਤੀ ਦਵਾਈ ਦਾ ਕੰਮ। ਕੁੱਲੀ ਛੰਨ ਜੀ ਪਾ ਲਈ, ਕੱਖਾਂ ਦੀ, ਕਾਨਿਆਂ ਦੀ, ਘਾਹ ਦੀ। ਬਹੁਤ ਸਮਾਂ ਲੰਘ ਗਿਆ। ਇੱਕ ਦਿਨ ਕਿਸੇ ਨੇ ਆ ਕੇ ਦੱਸਿਆ ਕਿ ਕਲਗੀਧਰ ਪਾਤਸ਼ਾਹ ਜੀ ਤੁਹਾਨੂੰ ਮਿਲਣਾ ਹੈ। ਬੜੇ ਹਰਮਨ ਪਿਆਰੇ ਹੋ ਗਏ, ਪਿੰਡ ਵਿੱਚ ਪ੍ਰੇਮ ਕਰਦੇ ਲੋਕ ਬਹੁਤ ਵੈਦ ਸਜਾਨ ਦਾ। ਕਿਸੇ ਨੇ ਆ ਕੇ ਦੱਸਿਆ ਕਲਗੀਧਰ ਪਾਤਸ਼ਾਹ ਜੀ ਤੁਹਾਨੂੰ ਮਿਲਣ ਵਾਸਤੇ ਆ ਰਹੇ ਨੇ। ਉਹ ਤਿਆਰੀ ਕਰਨ ਲੱਗਾ, ਝਾੜੂ ਆਦਿ ਪਾਣੀ ਛਿੜਕਣ ਲੱਗਾ। ਉਹਨਾਂ ਨੂੰ ਇੱਕ ਪਰਿਵਾਰ ਵਿੱਚੋਂ ਆ ਕੇ, ਘਰ ਵਿੱਚੋਂ, ਪਿੰਡ ਨਗਰ ਵਿੱਚੋਂ ਆ ਕੇ ਬੇਨਤੀ ਕੀਤੀ, ਵੈਦ ਜੀ ਸਾਡੀ ਮਾਤਾ ਬਹੁਤ ਸੀਰੀਅਸ ਆ, ਉਹਨੂੰ ਦਵਾਈ ਦਿਓ ਜਾ। ਤੇ ਵੈਦ ਸਜਾਨ ਨੇ ਜਵਾਬ ਦਿੱਤਾ ਕਿ ਨਹੀਂ, ਅੱਜ ਨਹੀਂ ਮੈਂ ਜਾ ਸਕਦਾ, ਅੱਜ ਸਤਿਗੁਰੂ ਜੀ ਨੇ ਆਉਣਾ, ਸੇਵਾ ਕਰਨੀ ਉਹਨਾਂ ਦੀ। ਉਹ ਬਹੁਤ ਉਹਨੇ ਤਰਲੇ ਲਏ, ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਆ ਜਾਣਗੇ, ਤੁਸੀਂ ਵਾਪਸ ਆ ਜਾਓ, ਮਾਤਾ ਬਹੁਤ ਜ਼ਿਆਦਾ ਔਖੀ ਹੈ, ਦੁਖੀ ਹੈ। 2-3 ਵਾਰੀ ਕਹਿਣ ਤੇ
ਕਹਿੰਦੇ ਜਦੋਂ ਬਹੁਤੀਆਂ ਮਿੰਨਤਾਂ ਕਰਨ ਲੱਗਿਆ, ਬਨੇ ਮਨ ਬੇਨਤੀ ਕੀਤੀ ਬੈਸਜਾਨ ਨੇ ਕਲਗੀਧਰ ਪਾਤਸ਼ਾਹ ਦੇ, ਮਹਾਰਾਜ ਇੱਕ ਪਾਸੇ ਤੁਸੀਂ ਆ ਰਹੇ ਹੋ, ਮੇਰੀ ਪ੍ਰੀਖਿਆ ਅੱਜ ਹੋਣ ਲੱਗੀ ਆ, ਇਹ ਮੈਨੂੰ ਜ਼ਿਆਦਾ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਸਾਡੇ ਸਰੀਰ ਦੀ ਸੇਵਾ ਨਾਲੋਂ ਸਾਡਾ ਬਚਨ ਮੰਨਣਾ ਬਹੁਤ ਜ਼ਰੂਰੀ ਹੈ, ਕੋਈ ਨਾ ਤੁਸੀਂ ਚਲੇ ਜਾਓ। ਇਹ ਫੁਰਨਾ ਬਣਿਆ, ਚਲੇ ਗਏ। ਸਤਿਗੁਰੂ ਜੀ ਬਾਅਦ ਵਿੱਚ ਆ ਗਏ, ਉਹ ਦਵਾਈ ਦੇ ਕੇ ਆਏ, ਮਾਤਾ ਨੂੰ ਠੀਕ ਕੀਤਾ। ਜਦੋਂ ਨੂੰ ਆਏ ਉਹ ਸਿੰਘ ਕੋਈ ਜਪਜੀ ਸਾਹਿਬ ਦਾ ਪਾਠ, ਕੋਈ ਜਾਪ ਸਾਹਿਬ ਦਾ, ਚੌਪਈ ਸਾਹਿਬ ਦਾ ਪਾਠ ਉੱਚੀ ਆਵਾਜ਼ ਵਿੱਚ ਉਹਦੇ ਡੇਰੇ ਹੋ ਰਿਹਾ ਜਿੱਥੇ ਬੈਸਜਾਨ ਰਹਿੰਦਾ। ਮਹਾਰਾਜ ਦੀ ਕੁੱਲੀ ਵਿੱਚ ਕੱਪੜਾ ਵਿਛਾ ਕੇ ਬੈਠੇ ਹੋਏ ਹਨ। ਬਹੁਤ ਮਨ ਵਿੱਚ ਉਪਰਾਮਤਾ ਹੋਈ ਕਿ ਮਹਾਰਾਜ ਮਸਾਂ ਆਏ, ਮੈਂ ਦਰਸ਼ਨ ਨਹੀਂ ਕਰ ਸਕਿਆ, ਜੀਵ ਆਇਆ ਨਹੀਂ ਕਹਿ ਸਕਿਆ ਮੇਰੇ ਮਗਰੋਂ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਬਰਾਗ ਵਿੱਚ ਇੱਕ ਬਚਨ ਕਰਨ ਲੱਗਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਉਹ ਸੇਵਾ ਬਹੁਤ ਵੱਡੀ ਹੈ ਤੁਹਾਡੀ। ਬਚਨ ਵਿਲਾਸ ਕਰਦੇ ਰਹੇ। ਨਗਰ ਨੇ ਜਲ ਪਾਣੀ ਮਹਾਰਾਜ ਨੂੰ ਛਕਾਇਆ। ਬੈਸਜਾਨ ਨੇ ਸੇਵਾਵਾਂ ਕੀਤੀਆਂ। ਜਾਣ ਲੱਗੇ ਕਹਿੰਦੇ ਬੈਸਜਾਨ ਚੱਲ, ਹੁਣ ਅਸੀਂ ਤੈਨੂੰ ਲੈਣ ਵਾਸਤੇ ਆਏ ਹਾਂ। ਆਖੋ ਸ੍ਰੀ ਵਾਹਿਗੁਰੂ। ਇੰਨਾ ਪਿਆਰ, ਕਿੰਨਾ ਪਿਆਰ ਹੋਏਗਾ ਬੈਸਜਾਨ ਦਾ। ਅਸੀਂ ਭਾਈ ਤੈਨੂੰ ਲੈਣ ਵਾਸਤੇ ਆਏ ਹਾਂ। ਸੰਗਤਾਂ ਨੇ ਨਗਰ ਦੀਆਂ ਤਰਲੇ ਕਰਨ ਲੱਗੀਆਂ, ਬਹੁਤ ਹਰਮਨ ਪਿਆਰੇ ਮਹਾਰਾਜ ਤਾਂ ਬੜਾ ਸਾਨੂੰ ਸੁੱਖ ਸੀ ਇਹਨਾਂ ਦਾ, ਕੋਈ ਨਾ। ਸਤਿਗੁਰੂ ਕਹਿੰਦੇ ਫੇਰ ਇਹ ਆ ਜਾਣਗੇ ਜਾਂ ਹੋਰ ਕਿਸੇ ਵੈਦ ਨੂੰ ਭੇਜ ਦਿਆਂਗੇ, ਇਹਨਾਂ ਦੀ ਸੇਵਾ ਇੰਨੀ ਕੀ ਸੀ। ਵਾਪਸ ਲੈ ਕੇ ਗਏ। ਅਗਲਾ ਦਿਨ ਹੋਇਆ, ਫੇਰ ਮਿਲੇ ਦੀਵਾਨ ਵਿੱਚ। ਕਹਿੰਦੇ ਹਾਂ ਹੁਣ ਦੱਸ ਬੈਸਜਾਨ, ਤੂੰ ਪਾਸ ਹੋ ਗਿਆ ਸੇਵਾ ਵਿੱਚ। ਕਹਿੰਦਾ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲਓ। ਪਾਤਸ਼ਾਹ ਜੀ ਕਹਿਣ ਲੱਗੇ ਚਰਨਾਂ ਨਾਲ ਜੁੜਨਾ ਤਾਂ ਇੱਕੋ ਹੀ ਸਾਧਨ ਹੈ, ਖੰਡੇ ਦੀ ਪਹੁਲ ਲੈਣੀ, ਅੰਮ੍ਰਿਤ ਛਕ ਕੇ ਬਾਣੀ ਪੜ੍ਹਨੀ, ਕਮਾਈ ਕਰਨੀ, ਤੂੰ ਖੰਡੇ ਦੀ ਪਹੁਲ ਲੈ ਲਾ। ਧਿਆਨ ਵਿੱਚ ਆਇਆ, ਪਰਿਵਾਰ ਦਾ ਪੁੱਛਿਆ, ਮਹਾਰਾਜ ਮੇਰੇ ਬੱਚੇ ਨੇ, ਘਰ ਵਾਲੀ ਹੈ, ਤੇ ਮੈਂ ਹੁਣ ਜਦ ਜੁੜਨ ਲੱਗਾ, ਤੁਸੀਂ ਏਦਾਂ ਕਰੋ ਸਾਰੇ ਪਰਿਵਾਰ ਨੂੰ ਹੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਓ। ਮਹਾਰਾਜ ਕਹਿੰਦੇ ਬੁਲਾ ਲੈ। ਸਭ ਪਰਿਵਾਰ ਚੜਾਇਆ ਬੇੜੇ ਦੀ ਉਹ ਬਰਕਤ ਸਤਿਗੁਰੂ ਨੇ ਵਰਤਾਈ। ਗਿਆ ਵਾਪਸ ਲਾਹੌਰ, ਪਰਿਵਾਰ ਨੂੰ ਲੈ ਕੇ ਆਇਆ ਸਮੇਤ, ਘਰ ਵਾਲੀ, ਬੱਚਿਆਂ ਦੇ ਅੰਮ੍ਰਿਤ ਛਕ ਕੇ ਖੰਡੇ ਦੀ ਪਹੁਲ ਲੈ ਕੇ ਗੁਰੂ ਵਾਲਾ ਬਣ ਕੇ ਬੈਸਜਾਨ ਨਾਮ ਰੱਖਿਆ ਗਿਆ। ਤੇ ਬਹੁਤ ਗੁਰੂ ਕਾ ਪਿਆਰਾ ਅਨੰਨ ਸਿੱਖ ਤੋਂ ਹੋਇਆ ਹੈ। ਉਹ ਏਦਾਂ ਕੀਤਾ। ਇਹ ਕਿਰਪਾ ਮਹਾਰਾਜ ਬਖਸ਼ਿਸ਼ਾਂ ਕਰਨ ਵਾਲੇ ਨੇ। ਤਾਂ ਨੇ ਕਿਹਾ ਸੀ ਤ੍ਰਿਭੰਗੀ ਤ੍ਰਿਕਾਮੇ, ਉਹ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਹਨ, ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ। ਵਾਹਿਗੁਰੂ ਜੀ ਜਿੱਦਾਂ ਬੈਸਜਾਨ ਦੀਆਂ ਕੀਤੀਆਂ, ਨਿਰਭੰਗੀ ਸਰੂਪੇ, ਨਿਰਭੰਗੀ ਰਾਸ, ਵਾਹਿਗੁਰੂ ਨਾਸ਼ ਤੋਂ ਰਹਿਤ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ, ਉਹਨੂੰ ਕੋਈ ਨਾਸ਼ ਕਰਨ ਵਾਲਾ ਨਹੀਂ। ਸਰਬੰਗੀ ਅਨੂਪੇ, ਉਹ ਸਰਬੰਗੀ ਅਨੂਪੇ, ਸਭ ਅੰਗਾਂ ਵਾਲਾ, ਅਨੂਪੇ ਉਪਮਾ ਤੋਂ ਪਰੇ ਹੈ। ਅੰਗ ਵੀ ਉਹਦੇ ਦਿਸਦੇ ਨਹੀਂ ਸਾਨੂੰ, ਸਾਰੇ ਹੀ ਨੇ। ਤਾਨੇ ਤਾਂ ਕੰਨ ਹੈਗੇ ਕਰਕੇ ਸੁਣਦਾ, ਔਰ ਰਸਨਾ ਕਰਕੇ ਹੀ ਤਾਂ ਸਾਨੂੰ ਵਚਨ ਦਿੰਦੇ ਨੇ, ਸ਼ਬਦ ਦਿੰਦੇ ਨੇ, ਕਿਰਪਾ ਕਰਦੇ ਨੇ। ਉਹ ਪਰ ਦਿਸਦਾ ਨਹੀਂ। ਜਿਹਨੂੰ ਲਿਖਿਆ ਬਾਣੀ 'ਚ, ਪਿਛਲੇ ਵਿਚਾਰ ਆਪਾਂ ਕੀਤੀ ਸੀ ਕਿ ਬਿਨ ਹੱਥਾਂ ਕਰਨਾ, ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਇਹ ਸ਼ਬਦ ਮਾਝ ਦੀ ਵਾਰ ਵਿੱਚ ਆਉਂਦਾ। ਉਹ ਅੰਗ ਹੈਗੇ ਵੀ ਉਹਨਾਂ ਦੇ, ਉਹਦਾ ਤਾਂ ਪਤਾ ਨਹੀਂ ਲੱਗਦਾ। ਪਰ ਮਹਾਰਾਜ ਕੇ ਸਰਬੰਗੀ ਅਨੂਪੇ, ਸਾਰੇ ਅੰਗਾਂ ਕਰਕੇ ਉਹ ਅਨੂਪੇ ਉਪਮਾ ਤੋਂ ਵਾਹਿਗੁਰੂ ਪਰਮੇਸ਼ਰ ਰਹਿਤ ਹਨ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਨਾ ਪੁੱਤਰ ਹੈ ਨਾ ਪੁੱਤਰ ਹੈ। ਮਹਾਰਾਜ ਕਹਿੰਦੇ ਨਾ ਕੋਈ ਵਾਹਿਗੁਰੂ ਜੀ ਤੁਹਾਡਾ ਪੋਤਰਾ ਹੈ, ਨਾ ਹੀ ਤੁਹਾਡਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਹੀ ਕੋਈ ਤੁਹਾਡਾ ਵੈਰੀ ਹੈ, ਨਾ ਹੀ ਕੋਈ ਤੁਹਾਡਾ ਮਿੱਤਰ ਹੈ। ਵੈਰੀ ਵੀ ਉਹਦਾ ਕੋਈ ਨਹੀਂ, ਮਿੱਤਰ ਵੀ ਉਹਦਾ ਕੋਈ ਨਹੀਂ, ਇੱਕ ਸਮਾਨ ਸਾਰਿਆਂ ਨੂੰ ਦੇਖ ਰਿਹਾ ਹੈ। ਨਾ ਤੱਤ ਹੈ, ਤੱਤ ਹੈ ਹੁੰਦਾ ਪਿਤਾ, ਵਾਹਿਗੁਰੂ ਤੱਤ ਹੈ ਹੁੰਦਾ ਪਿਤਾ, ਮਾਤਾ ਹੁੰਦੀ ਮਾਤਾ। ਨਾ ਤੱਤ ਹੈ ਨਾ ਮਾਤਾ ਹੈ, ਨਾ ਤੁਹਾਡਾ ਕੋਈ ਪਿਤਾ ਹੈ, ਨਾ ਹੀ ਤੁਹਾਡੀ ਕੋਈ ਮਾਤਾ ਹੈ, ਨਾ ਜਾਤ ਹੈ, ਨਾ ਤੁਹਾਡੀ ਕੋਈ ਜਾਤ ਹੈ, ਨਾ ਪੱਤ ਹੈ, ਨਾ ਕੋਈ ਤ੍ਰਿਪੰਥੀ ਗੋਤ ਆਦਿਕ ਹਨ, ਨਾ ਜਾਤ ਹੈ ਨਾ ਪਾਤ ਹੈ। ਨਿਰਸਾਕੰ ਸ਼ਰੀਕ ਹੈ, ਨਿਰਸਾਕੰ ਸਾਕ ਤੋਂ ਰਹਿ, ਸ਼ਰੀਕ ਬਰਾਬਰੀ ਵਾਲਾ ਹੈ ਜਿਹੜਾ, ਸਾਕ ਅਤੇ ਸ਼ਰੀਕ ਤੋਂ ਆਪ ਰਹਿਤ ਹੋ। ਨਾ ਤਾਂ ਤੁਹਾਡਾ ਕੋਈ ਸਾਕ ਹੈ, ਰਿਸ਼ਤੇਦਾਰ ਹੈ ਕੋਈ, ਨਾ ਹੀ ਤੁਹਾਡਾ ਸ਼ਰੀਕ ਕੋਈ ਬਰਾਬਰ ਦਾ ਹੈ। ਅਮਿਤੋ ਅਮੀਕ ਹੈ,
ਅਮੀਕ ਅੱਗੇ ਵੀ ਸ਼ਬਦ ਆਇਆ ਸੀ, ਅਮੀਕ ਨੂੰ ਯਾਦ ਰੱਖਣਾ, ਜਾਪ ਸਾਹਿਬ ਕਰਦਿਆਂ ਫਿਰ ਰਸ ਬਣਦਾ ਅਰਥਾਂ ਸਹਿਤ। ਅਮੀਕ ਹੁੰਦਾ ਡੂੰਘਾ, ਬਹੁਤ ਡੂੰਘਾ। ਅਮਿਤੋ ਅਮੀਕ ਹੈ, ਅਮਿਤੋ ਮਿਣਤੀ ਤੋਂ ਰਹਿਤ ਨੇ ਤੇ ਡੂੰਘੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਿਣਤੀ ਤੋਂ ਪਰੇ ਹੋ ਤੁਸੀਂ ਮਹਾਰਾਜ ਅਤੇ ਡੂੰਘੇ ਹੋ ਬਹੁਤ। ਸदैवं ਪ੍ਰਭਾ ਹੈ, ਸदैवं ਹਮੇਸ਼ਾ ਸਦਾ ਹੀ। ਪ੍ਰਭਾ ਹੁੰਦੀ ਸ਼ੋਭਾ, ਪ੍ਰਭਾ ਹੁੰਦਾ ਪ੍ਰਕਾਸ਼, ਸਾਰੇ ਅਰਥ ਹੀ ਆ ਜਾਂਦੇ ਨੇ। ਤੁਸੀਂ ਸਦਾ ਹੀ ਪ੍ਰਕਾਸ਼ ਵਾਲੇ ਹੋ ਔਰ ਅਜੇ ਹੈ, ਅਜੈ ਹੈ, ਅਜੇ ਹੈ, ਅਜਾ ਹੈ। ਤੁਸੀਂ ਮਹਾਰਾਜ ਜਿੱਤਣ ਅਤੋ ਅਜਾ ਹੁੰਦਾ ਜਨਮ, ਨਾ ਤਾਂ ਤੁਹਾਡਾ ਜਨਮ ਹੁੰਦਾ, ਨਾ ਹੀ ਤੁਹਾਨੂੰ ਕੋਈ ਜਿੱਤ ਸਕਦਾ ਹੈ। ਸੋ 149 ਨੰਬਰ ਪੌੜੀ ਤੱਕ ਆਪਾਂ ਵਿਚਾਰ ਕੀਤੀ। ਅੱਗੇ ਭਗਵਤੀ ਛੰਦ ਸਤਿਗੁਰੂ ਜੀ ਆਰੰਭ ਕਰਨਗੇ, ਉਹਦੀ ਕੱਲ੍ਹ ਵਿਚਾਰ ਕਰਾਂਗੇ। ਸਮਾਂ ਬਹੁਤ ਹੋ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਸੰਗਤਾਂ ਜੋ ਕਥਾ ਸੁਣਦੀਆਂ, ਮਹਾਰਾਜ ਸਭ ਨੂੰ ਸ਼ਾਂਤੀ ਬਖਸ਼ਣ, ਦੁੱਖਾਂ ਦੇ ਸਭ ਨਾਸ਼ ਕਰਨ, ਬਾਣੀ ਨਾਲ ਪ੍ਰੇਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ, ਨਿਤਨੇਮ ਸੇਵਾ ਸਿਮਰਨ ਬਖਸ਼ਣ। ਅੱਜ ਦੀ ਇੰਨੀ ਦਾਸ ਵੱਲੋਂ ਸੇਵਾ ਪ੍ਰਵਾਨ ਕਰਨੀ, ਸੰਗਤ ਦੀ ਅਸੀਸ ਨਾਲ, ਗੁਰੂ ਦੀ ਕਿਰਪਾ ਨਾਲ ਇਹ ਵਿਚਾਰ ਹੋ ਰਹੀ ਹੈ। ਸੋ ਆਪਾਂ ਜਾਪ ਸਾਹਿਬ ਦੀ ਕਥਾ ਪੂਰੀ ਕਰੀਏ ਤੇ ਫਿਰ ਅੱਗੇ ਜਿੱਦਾਂ ਹੋਵੇਗਾ ਉੱਦਾਂ ਸੋਚਿਆ ਜਾਵੇਗਾ ਕਥਾ ਵਾਸਤੇ। ਸੋ ਅੱਜ ਦੀ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।